सत श्री अकाल दोस्तों। किताब तर्कवेद, लेखक नरिंदर सिंह कपूर। लेख औरत ਦੀ ਆਜ਼ਾਦੀ। ਔਰਤ ਨੂੰ ਗੁਲਾਮ ਬਣਾ ਕੇ ਰੱਖਣ ਲਈ ਸਦੀਆਂ ਤੋਂ ਮਨੁੱਖ ਬੜੇ ਬਰੀਕ, ਸੂਖਮ, ਚਲਾਕੀ ਭਰੇ ਅਤੇ ਮਿੱਠੇ ਹਥਿਆਰ ਵਰਤਦਾ ਆ ਰਿਹਾ ਹੈ। ਇਨ੍ਹਾਂ ਹਥਿਆਰਾਂ ਦੀ ਨਿਰੰਤਰ ਵਰਤੋਂ ਕਾਰਨ ਔਰਤ ਨੇ ਸ਼ਿਕਾਰ ਹੋਣ ਨੂੰ ਆਪਣਾ ਦੁਰਭਾਗ ਸਮਝਣ ਦੀ ਬਜਾਏ ਆਪਣੀ ਹੋਣੀ ਸਮਝਣਾ ਸ਼ੁਰੂ ਕਰ ਦਿੱਤਾ ਹੈ ਅਤੇ ਨਤੀਜਾ ਇਹ ਹੋਇਆ ਹੈ ਕਿ ਔਰਤ ਨੇ ਆਪਣਾ ਜੀਵਨ ਹੀ ਉਹਨਾਂ ਲੀਹਾਂ ਉੱਤੇ ਢਾਹ ਲਿਆ ਹੈ ਕਿ ਮਰਦ ਵੱਲੋਂ ਔਰਤ ਨੂੰ ਗੁਲਾਮ ਬਣਾਏ ਜਾਣ ਦੇ ਅਮਲ ਵਿੱਚ ਕਿਸੇ ਮੁਸ਼ਕਲ ਦੀ ਥਾਂ ਆਨੰਦ ਦਾ ਅਹਿਸਾਸ ਹੋਵੇ। ਉਦਾਹਰਨ ਵਜੋਂ ਕਿਹਾ ਜਾਂਦਾ ਹੈ ਕਿ ਪਤਨੀ ਪਤੀ ਨਾਲੋਂ ਮਧਰੀ ਹੋਣੀ ਚਾਹੀਦੀ ਹੈ। ਉਹ ਪਤੀ ਦੇ ਮੁਕਾਬਲੇ ਘੱਟ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ। ਉਹ ਉਮਰ ਵਿੱਚ ਪਤੀ ਨਾਲੋਂ ਛੋਟੀ ਹੋਣੀ ਚਾਹੀਦੀ ਹੈ। ਉਹ ਸਰੀਰਕ ਪੱਖੋਂ ਵੀ ਪਤੀ ਨਾਲੋਂ ਵੱਧ ਤਗੜੀ ਨਹੀਂ ਹੋਣੀ ਚਾਹੀਦੀ। ਪਤਨੀ ਆਰਥਿਕ ਪੱਖੋਂ ਨੀਵੇਂ ਟੱਬਰ ਵਿੱਚੋਂ ਲੈਣੀ ਚਾਹੀਦੀ ਹੈ। ਸ਼ਰਮ ਔਰਤ ਦਾ ਗਹਿਣਾ ਹੈ। ਔਰਤ ਨੂੰ ਧੀਮੀ ਆਵਾਜ਼ ਵਿੱਚ ਬੋਲਣਾ ਚਾਹੀਦਾ ਹੈ। ਔਰਤ ਨੂੰ ਘਰ ਵਿੱਚ ਰਹਿਣਾ ਚਾਹੀਦਾ ਹੈ। ਉਸ ਨੂੰ ਆਪਣੀ ਨਜ਼ਰ ਨੀਵੀਂ ਰੱਖਣੀ ਚਾਹੀਦੀ ਹੈ। ਉਸ ਨੂੰ ਨਿਮਰਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ ਅਤੇ ਉਸ ਵਿੱਚ ਤਿਆਗ ਅਤੇ ਕੁਰਬਾਨੀ ਦੀ ਭਾਵਨਾ ਹੋਣੀ ਚਾਹੀਦੀ ਹੈ। ਇਵੇਂ ਹੀ ਸੰਜਮ, ਸੰਕੋਚ ਆਦਿ ਗੁਣ ਸਲਾਹੇ ਜਾਂਦੇ ਹਨ। ਉਪਰੋਕਤ ਸਾਰੀਆਂ ਗੱਲਾਂ ਅਸਲ ਵਿੱਚ ਨਾ ਤਾਂ ਗੁਣ ਹਨ ਅਤੇ ਨਾ ਹੀ ਇਹਨਾਂ ਦਾ ਔਰਤ ਨਾਲ ਕੋਈ ਤਰਕਸੰਗਤ ਸੰਬੰਧ ਹੈ। ਸੱਚ ਤਾਂ ਇਹ ਹੈ ਕਿ ਉਪਰੋਕਤ ਸਾਰੀਆਂ ਗੱਲਾਂ ਉਹ ਸ਼ਰਤਾਂ ਹਨ ਜਿਹੜੀਆਂ ਔਰਤ ਨੂੰ ਮਰਦ ਨਾਲ ਰਿਸ਼ਤਾ ਗੰਢਣ ਅਰਥਾਤ ਵਿਆਹ ਕਰਵਾਉਣ ਲਈ ਮੰਨਣੀਆਂ ਜ਼ਰੂਰੀ ਹਨ ਤਾਂ ਕਿ ਮਰਦ ਵੱਲੋਂ ਔਰਤ ਨੂੰ ਆਪਣੇ ਅਧੀਨ ਕਰਨ ਦੇ ਰਾਹ ਵਿੱਚ ਕਿਸੇ ਵਿਰੋਧਤਾ ਦਾ ਸਾਹਮਣਾ ਨਾ ਕਰਨਾ ਪਵੇ। ਲੰਮਾ ਕੱਦ, ਵੱਡੀ ਉਮਰ, ਵਧੇਰੇ ਸ਼ਕਤੀਸ਼ਾਲੀ ਡੀਲ ਡੌਲ, ਉੱਚੀ ਰੂਹ ਭਰੀ ਆਵਾਜ਼, ਉਚੇਰਾ ਟੱਬਰ, ਵਧੇਰੇ ਵਿੱਦਿਆ, ਆਕੜ, ਮਾਣ ਅਤੇ ਅਣਖ ਆਦਿ ਜਿਹੇ ਲੱਛਣ ਸੁੱਤੇ ਸਿੱਧ ਮਰਦ ਨੂੰ ਔਰਤ ਦੇ ਮੁਕਾਬਲੇ ਹਰ ਪੱਖੋਂ ਵਧੇਰੇ ਸ਼ਕਤੀ, ਉਚੇਰਾ ਰੁਤਬਾ ਅਤੇ ਮਹੱਤਵ ਪ੍ਰਦਾਨ ਕਰਦੇ ਹਨ। ਛੋਟੀ ਉਮਰ, ਬਾਹਰ ਘੁੰਮਣ ਫਿਰਨ ਉੱਤੇ ਪਾਬੰਦੀ ਕਾਰਨ ਅਤੇ ਅਗਿਆਨਤਾ ਵਿੱਚ ਵਿਚਰਦੀ ਔਰਤ ਨੂੰ ਅਧੀਨ ਕਰਨਾ ਬੜਾ ਸੌਖਾ ਹੁੰਦਾ ਹੈ। ਅੱਗੋਂ ਇਹੀ ਔਰਤ ਅਗਲੀ ਸੰਤਾਨ ਅਤੇ ਵਿਸ਼ੇਸ਼ ਕਰਕੇ ਧੀਆਂ ਨੂੰ ਇਹਨਾਂ ਸੁਝਾਈਆਂ ਹੋਈਆਂ ਲੀਹਾਂ ਉੱਤੇ ਪਾਲਦੀ ਹੋਈ ਮਰਦ ਵੱਲੋਂ ਔਰਤ ਦੇ ਕੀਤੇ ਜਾਣ ਵਾਲੇ ਸ਼ੋਸ਼ਣ ਵਿੱਚ ਖੁਸ਼ੀ-ਖੁਸ਼ੀ ਸਹਾਈ ਹੁੰਦੀ ਹੈ। ਅੱਜ ਤੱਕ ਪੁਰਸ਼ ਹੀ ਔਰਤ ਨੂੰ ਛੱਡਦੇ ਆਏ ਹਨ, ਘਰੋਂ ਕੱਢਦੇ ਰਹੇ ਹਨ, ਪਰ ਜਦੋਂ ਕੋਈ ਔਰਤ ਪੁਰਸ਼ ਨੂੰ ਤਿਲਾਂਜਲੀ ਦਿੰਦੀ ਹੈ ਤਾਂ ਮਰਦ ਆਪਣਾ ਸਰੀਰਕ, ਮਾਨਸਿਕ ਸਭ ਪ੍ਰਕਾਰ ਦਾ ਸੰਤੁਲਨ ਗਵਾ ਬੈਠਦਾ ਹੈ। ਭਾਰਤੀ ਸਮਾਜ ਵਿੱਚ ਭਾਵੇਂ ਔਰਤ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ, ਉਸ ਦੀ ਸਮਾਜਿਕ ਸਥਿਤੀ ਹਿੰਦੂ ਧਰਮ ਦੀਆਂ ਪਾਈਆਂ ਲੀਹਾਂ ਉੱਤੇ ਹੀ ਉਸਰੀ ਹੋਈ ਹੈ। ਇਸਲਾਮੀ ਸਮਾਜ ਵਿੱਚ ਇਸਤਰੀ ਦੀ ਹਾਲਤ ਵਧੇਰੇ ਤਰਸਯੋਗ ਹੈ ਕਿਉਂਕਿ ਉਸ ਨੂੰ ਬੁਰਕੇ ਦੀ ਚੱਲਦੀ ਫਿਰਦੀ ਜੇਲ੍ਹ ਵਿੱਚ ਵਿਚਰਨਾ ਪੈਂਦਾ ਹੈ। ਔਰਤ ਨੂੰ ਕਿਸਮਤ ਅਤੇ ਅਗਲੇ ਸੰਸਾਰ ਦੇ ਵਾਅਦੇ ਕਰਕੇ ਸੰਘਰਸ਼ ਦੇ ਰਾਹ ਉੱਤੇ ਆਉਣ ਹੀ ਨਹੀਂ ਦਿੱਤਾ ਗਿਆ। ਜਾਤ ਪਾਤ ਨੇ ਔਰਤ ਦੀ ਗੁਲਾਮੀ ਨੂੰ ਪੱਕਿਆਂ ਕੀਤਾ ਹੈ। ਔਰਤ ਵਿਆਹ ਨਹੀਂ ਕਰਦੀ, ਔਰਤ ਨਾਲ ਵਿਆਹ ਕੀਤਾ ਜਾਂਦਾ ਹੈ। ਭੂਗੋਲਿਕ ਤੌਰ ਉੱਤੇ ਵੀ ਔਰਤ ਜਿਸ ਥਾਂ, ਸਮਾਜ ਜਾਂ ਇਲਾਕੇ ਵਿੱਚ ਜੰਮਦੀ ਹੈ, ਆਪਣੀ ਬਹੁਤੀ ਜ਼ਿੰਦਗੀ ਉੱਥੇ ਹੀ ਗੁਜ਼ਾਰਦੀ ਹੈ। ਔਰਤ ਨੂੰ ਗੁਲਾਮ ਬਣਾਉਣ ਦੇ ਹੋਰ ਵੀ ਕਈ ਢੰਗ ਵਰਤੇ ਜਾਂਦੇ ਰਹੇ ਹਨ। ਔਰਤ ਦੇ ਮਾਂ ਬਣਨ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਅਤੇ ਉਸ ਦੀ ਮੁਕਤੀ ਨੂੰ ਉਸ ਦੇ ਪੁੱਤਰ ਨਾਲ ਜੋੜ ਦਿੱਤਾ ਗਿਆ ਹੈ। ਉਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਚੰਗਾ ਹਿੱਸਾ ਗਰਭ ਦੀਆਂ ਅਤੀ ਮੁਸ਼ਕਲ ਜ਼ਿੰਮੇਵਾਰੀਆਂ ਵਿੱਚ ਹੀ ਗੁਜ਼ਾਰਨਾ ਪੈਂਦਾ ਹੈ। ਜਦੋਂ ਉਹ ਇਸ ਪਾਸੇ ਤੋਂ ਵਿਹਲੀ ਹੁੰਦੀ ਹੈ ਤਾਂ ਉਸ ਕੋਲ ਆਪਣਾ ਕੁਝ ਵੀ ਨਹੀਂ ਹੁੰਦਾ। ਬੱਚਿਆਂ ਦੀ ਪਛਾਣ ਵੀ ਪਿਤਾ ਦੇ ਨਾਂ ਨਾਲ ਹੁੰਦੀ ਹੈ। ਇਸ ਸਥਿਤੀ ਵਿੱਚ ਆਸ ਕੀਤੀ ਜਾਂਦੀ ਹੈ ਕਿ ਔਰਤ ਮਾਂ ਦੇ ਰੂਪ ਵਿੱਚ ਆਪਣੇ ਆਪ ਨੂੰ ਮਿਟਾ ਦੇਵੇ। ਔਰਤ ਕਿਸੇ ਜਾਇਦਾਦ ਦੀ ਮਾਲਕ ਨਹੀਂ ਬਣ ਦਿੱਤੀ ਗਈ। ਇਸ ਲਈ ਸੰਕਟਕਾਲੀਨ ਸਥਿਤੀ ਵਿੱਚ ਉਸ ਕੋਲ ਸਿਵਾਏ ਆਪਣੇ ਸਰੀਰ ਦੇ ਕੁਝ ਹੁੰਦਾ ਹੀ ਨਹੀਂ। ਇਸ ਲਈ ਉਹ ਇਸੇ ਨੂੰ ਵਰਤਣ ਵੇਚਣ ਲਈ ਮਜਬੂਰ ਹੁੰਦੀ ਹੈ। ਪੁਰਸ਼ ਜਵਾਨੀ ਵਿੱਚ ਸਭ ਤੋਂ ਵਧੇਰੇ ਉੱਨਤੀ ਕਰਦਾ ਹੈ ਜਦੋਂ ਕਿ ਔਰਤ ਦਾ ਸਭ ਤੋਂ ਵੱਧ ਸ਼ੋਸ਼ਣ ਜਵਾਨੀ ਵਿੱਚ ਹੀ ਹੁੰਦਾ ਹੈ। ਉਸ ਨੂੰ ਮੁੜ-ਮੁੜ ਗਰਭਵਤੀ ਕਰਕੇ ਮਰਦ ਨੇ ਔਰਤ ਨੂੰ ਆਜ਼ਾਦੀ ਦਾ ਸੰਕਲਪ ਹੀ ਗ੍ਰਹਿਣ ਨਹੀਂ ਕਰਨ ਦਿੱਤਾ। ਛੋਟੀ ਉਮਰ ਵਿੱਚ ਵਿਆਹ ਅਸਲ ਵਿੱਚ ਮਰਦ ਵੱਲੋਂ ਔਰਤ ਉੱਤੇ ਆਪਣੀ ਜਕੜ ਬਣਾਈ ਰੱਖਣ ਦਾ ਇੱਕ ਉਪਰਾਲਾ ਸੀ। ਕਿਸੇ ਫੈਸਲੇ ਵਿੱਚ ਕਿਉਂਕਿ ਔਰਤ ਦੀ ਸਲਾਹ ਲਈ ਹੀ ਨਹੀਂ ਜਾਂਦੀ, ਇਸੇ ਲਈ ਔਰਤ ਨੂੰ ਲੋੜ ਅਨੁਸਾਰ ਸੋਚਣ ਦੀ ਲੋੜ ਹੀ ਅਨੁਭਵ ਨਾ ਹੋਣ ਕਾਰਨ ਸੋਚਣ ਦੀ ਆਦਤ ਹੀ ਨਹੀਂ ਪਈ ਅਤੇ ਇਹ ਪ੍ਰਚਾਰਿਆ ਗਿਆ ਕਿ ਔਰਤ ਅਤੇ ਅਕਲ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ, ਅਰਥਾਤ ਵਪਾਰ ਅਤੇ ਰਾਜਨੀਤੀ ਵਿੱਚ ਔਰਤ ਤੋਂ ਕਿਸੇ ਸਿਆਣਪ ਦੀ ਆਸ ਕਰਨੀ ਵਿਅਰਥ ਹੈ। ਸੋਚਵਾਨ ਔਰਤ ਮਰਦ ਲਈ ਇੱਕ ਚੁਣੌਤੀ ਹੁੰਦੀ ਹੈ। ਵੱਧ ਪੜ੍ਹੀ ਲਿਖੀ ਔਰਤ ਪਤੀ ਲਈ ਇੱਕ ਸਮੱਸਿਆ ਹੁੰਦੀ ਹੈ।
ਹੁਣ ਜਦੋਂ ਸਥਿਤੀ ਬਦਲ ਰਹੀ ਹੈ, ਪੁਰਸ਼ ਲਈ ਔਰਤ ਨਾਲ ਰਿਸ਼ਤੇ ਦੇ ਹਰ ਖੇਤਰ ਵਿੱਚ ਸਮੱਸਿਆਵਾਂ ਉਪਜ ਰਹੀਆਂ ਹਨ। ਜਿੱਥੇ ਵੀ ਪਰੰਪਰਾਗਤ ਲੀਹਾਂ ਨੂੰ ਔਰਤ ਨੇ ਉਲੰਘਣਾ ਦਾ ਯਤਨ ਕੀਤਾ ਹੈ, ਸਮੁੱਚੀ ਮਰਦ ਜਾਤ ਨੇ ਉਸ ਉੱਤੇ ਦੂਸ਼ਣ ਲਾਏ ਹਨ, ਜਿਹੜੇ ਅਸਲ ਵਿੱਚ ਮਰਦ ਦੀ ਆਪਣੀ ਡਾਵਾਡੋਲ ਸਥਿਤੀ ਦਾ ਹੀ ਪ੍ਰਗਟਾਵਾ ਹੁੰਦੇ ਹਨ। ਔਰਤ ਦੀਆਂ ਕਈ ਨਵੀਆਂ ਸਮਾਜਿਕ ਵੰਨਗੀਆਂ ਦਾ ਸਮਾਜ ਵਿੱਚ ਪ੍ਰਵੇਸ਼ ਹੋਇਆ ਹੈ, ਜਿਵੇਂ ਵਿਧਵਾ, ਤਲਾਕਸ਼ੁਦਾ, ਅਣਵਿਆਹੀ ਆਦਿ। ਇਹ ਸਾਰੀਆਂ ਵੰਨਗੀਆਂ ਮਰਦ ਦੇ ਮੁਕਾਬਲੇ ਔਰਤ ਨੂੰ ਨੀਵਾਂ ਦੱਸਣ ਦੇ ਯਤਨ ਹਨ। ਅਜਿਹੇ ਹੋਰ ਵੀ ਅਨੇਕਾਂ ਸਾਧਨ ਹਨ, ਜਿਵੇਂ ਪਤਨੀ ਪਤੀ ਨੂੰ ਤੁਸੀਂ ਕਹਿੰਦੀ ਹੈ, ਜਦੋਂ ਕਿ ਪਤੀ ਪਤਨੀ ਨੂੰ ਤੂੰ ਕਹਿੰਦਾ ਹੈ। ਇਵੇਂ ਹੀ ਸਾਲੇ ਦਾ ਦਰਜਾ ਦਿਓਰ ਨਾਲੋਂ ਨੀਵਾਂ ਹੈ। ਔਰਤ ਕਮਰੇ ਵਿੱਚ ਆਵੇ ਤਾਂ ਪਤੀ ਨਹੀਂ ਉੱਠਦਾ, ਜਦੋਂ ਕਿ ਪਤੀ ਦੇ ਆਉਣ ਉੱਤੇ ਪਤਨੀ ਤੋਂ ਉੱਠ ਖੜੇ ਹੋਣ ਦੀ ਆਸ ਕੀਤੀ ਜਾਂਦੀ ਹੈ। ਔਰਤ ਲਈ ਵਰਤੀ ਜਾਣ ਵਾਲੀ ਸ਼ਬਦਾਵਲੀ ਵੀ ਨੀਵੀਂ ਪੱਧਰ ਦੀ ਹੁੰਦੀ ਹੈ। ਪਰਾਤੀ ਬਣਨਾ ਹੋਵੇ ਤਾਂ ਮਰਦ ਬਣੇਗਾ, ਯਾਨੀ ਬੰਦਾ ਜਾਵੇਗਾ, ਪਰ ਜੇ ਕਿਸੇ ਮਰੇ ਦਾ ਭੋਗ ਹੋਵੇ ਤੇ ਇਸ ਕਾਰਜ ਲਈ ਔਰਤ ਜਾਵੇਗੀ। ਜੇ ਪਤੀ ਪਤਨੀ ਇੱਕ ਹੀ ਦਫ਼ਤਰ ਵਿੱਚ ਕੰਮ ਕਰਦੇ ਹਨ ਤਾਂ ਕਿਸੇ ਨਾ ਕਿਸੇ ਬਹਾਨੇ ਪੁਰਸ਼ ਔਰਤ ਦੇ ਮੁਕਾਬਲੇ ਆਪਣੀ ਤਨਖਾਹ ਨੂੰ ਵਧੇਰੇ ਸਥਾਪਿਤ ਕਰੇਗਾ। ਪੁਰਸ਼ ਔਰਤ ਨਾਲ ਮਖੌਲ ਕਰ ਸਕਦਾ ਹੈ, ਪਰ ਔਰਤ ਨੂੰ ਇਹ ਆਗਿਆ ਨਹੀਂ ਹੈ। ਪਤੀ ਦੀ ਮੌਤ ਉਪਰੰਤ ਜਾਇਦਾਦ ਦੀ ਮਾਲਕ ਔਰਤ ਨਹੀਂ ਬਣਦੀ, ਉਸ ਦਾ ਪੁੱਤਰ ਬਣੇਗਾ। ਅਰਥਾਤ ਔਰਤ ਇੱਕ ਮਰਦ ਦੀ ਥਾਂ ਦੂਜੇ ਮਰਦ ਉੱਤੇ ਨਿਰਭਰ ਹੋ ਜਾਵੇਗੀ। ਪੁਰਸ਼ ਦਾ ਮਨ ਪਰਚਾਵਾ ਘਰੋਂ ਬਾਹਰ ਅਤੇ ਬਹੁਤ ਮਹਿੰਗਾ ਹੁੰਦਾ ਹੈ, ਜਦੋਂ ਕਿ ਔਰਤ ਲਈ ਇਹ ਅਵਸਰ ਕਿਸੇ ਤਿਉਹਾਰ ਜਾਂ ਰਿਸ਼ਤੇਦਾਰੀ ਵਿੱਚ ਕਿਸੇ ਵਿਆਹ ਸਮੇਂ ਹੀ ਉਪਜਦਾ ਹੈ। ਮੁੰਡੇ ਗਲੀਆਂ ਵਿੱਚ ਕਈ ਖੇਡਾਂ ਖੇਡਦੇ ਹਨ, ਕੁੜੀਆਂ ਘਰ ਅੰਦਰ ਗੀਟੇ ਖੇਡਣ ਤੱਕ ਸੀਮਿਤ ਹੋ ਜਾਂਦੀਆਂ ਰਹੀਆਂ ਹਨ। ਕੁੜੀਆਂ ਲਈ ਖੁੱਲ੍ਹੀ ਧੁੱਪ ਅਤੇ ਖੁੱਲ੍ਹੀ ਹਵਾ ਵਰਜਿਤ ਰਹੀਆਂ ਹਨ। ਅਸਲੀਅਤ ਇਹ ਹੈ ਕਿ ਸਮੁੱਚੇ ਭਾਰਤੀ ਦਰਸ਼ਨ ਵਿੱਚ ਅਤੇ ਸਾਰੇ ਧਰਮਾਂ ਵਿੱਚ ਔਰਤ ਦੀ ਆਜ਼ਾਦੀ ਦਾ ਸੰਕਲਪ ਹੀ ਨਹੀਂ ਉਸਰਿਆ। ਅੰਗਰੇਜ਼ਾਂ ਦੇ ਆਉਣ ਨਾਲ ਆਜ਼ਾਦੀ ਦਾ ਸੰਕਲਪ ਪ੍ਰਾਪਤ ਹੋਣ ਮਗਰੋਂ ਹੀ ਇਸ ਸੰਕਲਪ ਦੀਆਂ ਸੰਭਾਵਨਾਵਾਂ ਉਜਾਗਰ ਹੋਣੀਆਂ ਸੰਭਵ ਹੋਈਆਂ ਹਨ। ਬਹੁਤ ਸਾਰੇ ਖੇਤਰਾਂ ਵਿੱਚ ਔਰਤ ਨੇ ਕੁਝ ਆਜ਼ਾਦੀ ਪ੍ਰਾਪਤ ਕੀਤੀ ਹੈ, ਪਰ ਉਸ ਦੀ ਸਮੁੱਚੀ ਸਥਿਤੀ ਵਿੱਚ ਬਹੁਤੀ ਤਬਦੀਲੀ ਨਹੀਂ ਹੈ। ਹਾਂ, ਹੁਣ ਪੁਰਸ਼ ਦੀ ਤਾਨਾਸ਼ਾਹੀ ਨੂੰ ਵੰਗਾਰ ਜ਼ਰੂਰ ਪੈਣਾ ਲੱਗ ਪਈ ਹੈ। ਸੋ ਦੋਸਤੋ, ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ। ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।